ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਨ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਨ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਵਿਸਾਲਾ ਤਉ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਓਂਕਾਰ ਅਨੁਰਾਗ ਏਕ ਓਂਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓਂਕਾਰ ਸਤਿਗੁਰੂ
ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਪਿਖ ਅਕਬਰ ਕੋ ਤੇਜ ਵਿਸਾਲਾ। ਝੂਠੇ ਹੋਏ ਸਗਲ ਤਿਸ ਕਾਲਾ। ਬਾਗ ਨ ਕਿਨਹੂ ਉਚਾਰਨ ਕੀਨਾ। ਉਠ ਸਭ ਨੇ ਘਰ ਮਾਰਗ ਲੀਨਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਪੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਖ ਅਕਬਰ ਕੋ ਤੇਜ ਵਿਸਾਲਾ। ਝੂਠੇ ਹੋਏ ਸਗਲ ਤਿਸ ਕਾਲਾ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਕੁਛ ਬ੍ਰਾਹਮਣਾਂ ਨੇ ਖੱਤਰੀਆਂ ਨੇ ਅਕਬਰ ਬਾਦਸ਼ਾਹ ਦੇ ਕੋਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਿਕਾਇਤ ਕੀਤੀ ਸੀ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੂੰ ਅਕਬਰ ਨੇ ਲਾਹੌਰ ਬੁਲਾਇਆ ਔਰ ਧੰਨ ਗੁਰੂ ਅਮਰਦਾਸ ਜੀ ਨੇ ਆਪਣੀ ਥਾਂ ਤੇ ਸ਼੍ਰੀ ਰਾਮਦਾਸ ਜੀ ਨੂੰ ਲਾਹੌਰ ਭੇਜੇ, ਜਿੱਥੇ ਸ਼ਿਕਾਇਤ ਕਰਨ ਵਾਲੇ ਨੇ ਕਿਹਾ ਕਿ ਇਹ ਖੱਤਰੀ ਨੇ ਔਰ ਇਹਨਾਂ ਨੂੰ ਤੇ ਗਾਇਤਰੀ ਮੰਤਰ ਪੜ੍ਹਨਾ ਵੀ ਨਹੀਂ ਆਉਂਦਾ ਹੋਊਗਾ ਤੇ ਧਰਮ ਨੂੰ ਇਹ ਕੀ ਸਮਝਣਗੇ। ਔਰ ਧੰਨ ਗੁਰੂ ਰਾਮਦਾਸ ਜੀ ਨੇ ਉੱਥੇ ਗਾਇਤਰੀ ਪੜ੍ਹੀ, ਉਹਦੇ ਅਰਥ ਵੀ ਕੀਤੇ, ਭਾਵ ਅਰਥ ਵੀ ਕਰਕੇ ਸਮਝਾਏ। ਔਰ ਜਦੋਂ ਭਾਵ ਅਰਥ ਕੀਤੇ ਸਤਿਗੁਰੂ ਜੀ ਨੇ ਉਸ ਤੋਂ ਬਾਅਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਗੁਰ ਪ੍ਰਸਾਦ ਉਚਾਰਨ ਕੀਤਾ ਕਿ ਬਾਦਸ਼ਾਹ ਅਸੀਂ ਤਾਂ ਮੰਤਰ ਹੀ ਪੜ੍ਹਦੇ ਹਾਂ, ਪਰ ਜਿਹੜੇ ਇਹ ਪੜ੍ਹਦੇ ਨੇ ਮੰਤਰ ਸ਼ਾਇਦ ਇਹਨਾਂ ਨੂੰ ਭਾਵ ਅਰਥ ਸਮਝ ਨਹੀਂ ਲੱਗੇ। ਉੱਥੇ ਜਿੰਨੇ ਉਹ ਬ੍ਰਾਹਮਣ ਸਨ, ਖੱਤਰੀ ਸਨ, ਸਾਰੇ ਝੂਠੇ ਪਏ। ਔਰ ਜਦੋਂ ਬਾਦਸ਼ਾਹ ਕਹਿੰਦੇ ਭਾਈ ਇਹਦੇ ਵਿੱਚੋਂ ਜਿਹੜੀ ਸ਼ਿਕਾਇਤ ਕੀਤੀ ਕੋਈ ਸਵਾਲ ਪੁੱਛਣਾ ਤਾਂ ਪੁੱਛੋ, ਜੇ ਸਵਾਲ ਤੁਹਾਡੇ ਕੋਲ ਨਹੀਂ ਪੁੱਛਣ ਜੋਗਾ ਫਿਰ ਇੱਕ ਕੰਮ ਕਰੋ ਕਿ ਧੰਨ ਗੁਰੂ ਅਮਰਦਾਸ ਜੀ ਦੇ ਭੇਜੇ ਹੋਏ ਇਸ ਸੇਵਕ ਨੂੰ ਰਾਮਦਾਸ ਜੀ ਨੂੰ ਨਮਸਕਾਰ ਕਰੋ, ਇਹਨਾਂ ਨੂੰ ਆਪਣੇ ਤੋਂ ਵੱਡਾ ਮੰਨ ਕੇ ਚਲੇ ਜਾਓ। ਔਰ ਸਾਰੇ ਉੱਥੇ ਸਭਾ ਦੇ ਵਿੱਚ ਝੂਠੇ ਹੋਏ। ਖੱਤਰੀ ਬ੍ਰਾਹਮਣ ਉੱਠ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਇਸ ਤੋਂ ਅੱਗੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਰਾਮਦਾਸ ਕੇ ਸੰਗ ਪਿਛਾਰੀ ਬਾਣੀ ਅਕਬਰ ਸ਼ਾਹ ਉਚਾਰੀ। ਖੱਤਰੀ ਬ੍ਰਾਹਮਣ ਤੇ ਸਭਾ ਦੇ ਵਿੱਚ ਉੱਠ ਕੇ ਆਪੋ ਆਪਣੇ ਘਰਾਂ ਨੂੰ ਰਸਤਾ ਲੱਭਿਆ, ਚਲੇ ਗਏ। ਔਰ ਬਾਅਦ ਵਿੱਚ ਅਕਬਰ ਨੇ, ਬਾਦਸ਼ਾਹ ਨੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਜਗ ਕੇ ਲੋਕ ਦੁਖੈ ਤੁਮ ਮਹੇਰ ਅਨਕ ਭਾਂਤ ਕੇ ਨਿੰਦਾ ਟੇਰ। ਅਕਬਰ ਨੇ ਧੰਨ ਗੁਰੂ ਰਾਮਦਾਸ ਜੀ ਨੂੰ ਗੁਰੂ ਜੀ ਦਾ ਸੇਵਕ ਜਾਣ ਕੇ ਬੜਾ ਸਤਿਕਾਰ ਕੀਤਾ। ਹੱਥ ਜੋੜ ਕੇ ਕਹਿੰਦੇ ਨੇ ਕਿ ਰਾਮਦਾਸ ਜੀ, ਇਸ ਘਰ ਦੇ ਗੁਰੂ ਦੇ ਘਰ ਦੀ ਸਿਫਤ ਬੜੀ ਵੱਡੀ ਹੈ।
ਔਰ ਇਹ ਜਿਹੜੇ ਰਖਾਲੂ ਲੋਕ ਨੇ ਇਵੇਂ ਦੇ ਵੇਖ ਵੇਖ ਕੇ ਚੜ੍ਹਦੀ ਕਲਾ ਨੂੰ, ਵਡਿਆਈ ਨੂੰ ਵੇਖ ਕੇ ਸੜਦੇ ਨੇ। ਇਹ ਤੁਹਾਡੇ ਪਿੱਛੋਂ ਅੱਗੇ ਪਿੱਛੇ ਹੋ ਕੇ ਬੜੀ ਤਰ੍ਹਾਂ ਦੀ ਨਿੰਦਿਆ ਕਰਦੇ ਨੇ। ਯਾ ਤੇ ਸਭਨ ਕੋ ਮਨ ਰਾਖਣ, ਮਨ ਦਿਸ ਤੇ ਗੁਰ ਕੁਸੋਂ ਕਰ ਭਾਖਣ। ਤੇ ਇੱਥੇ ਅਕਬਰ ਬਾਦਸ਼ਾਹ ਕਹਿੰਦਾ ਕਿ ਰਾਮਦਾਸ ਜੀ ਮੇਰੇ ਵੱਲੋਂ ਧੰਨ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰੋ ਕਿ ਇਵੇਂ ਦੇ ਲੋਕ ਜਿਹੜੇ ਇੱਥੇ ਤੇ ਸ਼ਿਕਾਇਤ ਲੈ ਕੇ ਆਏ ਨੇ, ਤੁਹਾਡੀ ਨਿੰਦਿਆ ਕਰਨ ਵਾਲੇ ਹੋਰ ਵੀ ਬੜੇ ਹੋਣੇ। ਇਸ ਕਰਕੇ ਕਹਿੰਦੇ ਕਰਨ ਤੀਰਥ ਕੋ ਇਸ਼ਨਾਨ, ਅੰਗੀਕਾਰ ਕਰੇ ਰੁਚਠਾਨ। ਕਿ ਗੁਰੂ ਸਾਹਿਬ ਜੀ ਨੂੰ ਮੇਰੇ ਵੱਲੋਂ ਬੇਨਤੀ ਕਰਿਓ ਕਿ ਤੀਰਥਾਂ ਦੇ ਇਵੇਂ ਦੇ ਲੋਕ ਬੜੇ ਇਕੱਠੇ ਹੁੰਦੇ ਨੇ, ਔਰ ਇਹ ਜਿਹੜੇ ਲੋਕ ਨੇ ਉੱਥੇ ਵੀ ਤੁਹਾਡੀ ਨਿੰਦਿਆ ਇਸੇ ਤਰ੍ਹਾਂ ਕਰਦੇ ਹੋਣੇ ਨੇ। ਜਿਵੇਂ ਇੱਥੇ ਸਮਝਾਇਆ ਹੈ, ਉੱਥੇ ਤੀਰਥਾਂ 'ਤੇ ਜਾ ਕੇ ਭੀੜ ਵਿੱਚ ਲੋਕ ਬਹੁਤੇ ਹੁੰਦੇ ਨੇ, ਤੇ ਗੁਰੂ ਸਾਹਿਬ ਜੀ ਨੂੰ ਜਾ ਕੇ ਕਿਰਪਾ ਕਰਕੇ ਸਮਝਾਓ, ਮੇਰੇ ਵੱਲੋਂ ਬੇਨਤੀ ਕਰੋ ਕਿ ਤੀਰਥਾਂ 'ਤੇ ਜਾਓ। ਔਰ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਪਾਵਨ ਬਚਨ ਵੀ ਗੁਰਬਾਣੀ ਦੇ ਵਿੱਚ, ਆਪਣੀ ਬਾਣੀ ਦੇ ਵਿੱਚ ਦਰਜ ਕੀਤੇ ਨੇ ਕਿ ਗੁਰੂ ਸਾਹਿਬ ਨੇ ਫਿਰ ਉਦਮ ਕੀਤਾ ਕਿ ਤੀਰਥ ਉਦਮ ਸਤਿਗੁਰ ਕੀਆ। ਤੇ ਤੀਰਥਾਂ 'ਤੇ ਜਾਣ ਲਈ ਉਦਮ ਕੀਤਾ ਕਿ ਉਹ ਨਹਾਉਣ ਵਾਸਤੇ ਨਹੀਂ। ਕਹਿੰਦੇ ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਰਨ ਅਰਥਾ। ਕਿ ਇਵੇਂ ਦੇ ਕਰਮ ਕਾਂਡਾਂ ਵਿੱਚ ਫਸੇ ਹੋਏ ਸਾਰੇ ਲੋਕਾਂ ਦਾ ਉਧਾਰ ਕਰਨ ਲਈ ਗੁਰੂ ਸਾਹਿਬ ਨੇ ਫਿਰ ਇਹ ਉਪਰਾਲਾ ਕੀਤਾ। ਤੁਮ ਹੋ ਬੜੇ ਰੱਖੋ ਮਿਰਜ਼ਾਦਾ, ਹਰ ਸਭਨ ਕੋ ਮਿਟੇ ਵਿਵਾਦਾ। ਅਕਬਰ ਬਾਦਸ਼ਾਹ ਕਹਿੰਦਾ ਕਿ ਰਾਮਦਾਸ ਜੀ ਤੁਸੀਂ ਵੱਡੇ ਹੋ, ਤੁਹਾਡੇ ਗੁਰੂ ਸਭ ਤੋਂ ਵੱਡੇ, ਇਸ ਕਰਕੇ ਇਹ ਮਰਿਆਦਾ ਵੀ ਰੱਖੋ, ਔਰ ਸਾਰੇ ਤਰ੍ਹਾਂ ਦਾ ਜਿਹੜਾ ਝਗੜਾ ਵੀ ਮਿਟ ਜੇ। ਇਹ ਜਿਹੜੇ ਨਿੰਦਿਆ ਕਰਦੇ ਨੇ, ਇਹ ਨਿੰਦਿਆ ਤੋਂ ਵੀ ਠੰਡੇ ਪੈ, ਇਹਨਾਂ ਦੇ ਭਰਮ ਭੁਲੇਖੇ ਵੀ ਦੂਰ ਹੋਣ। ਤੀਰਥ ਪਾਵਨ ਤੁਮ ਤੇ ਹੋਏ, ਮੂਰਖ ਨਰ ਨਹਿ ਜਾਣੈ ਕੋਏ। ਤੇ ਨਾਲ ਹੀ ਅਕਬਰ ਬਾਦਸ਼ਾਹ ਕਹਿੰਦਾ ਕਿ ਤੀਰਥਾਂ 'ਤੇ ਤੁਸੀਂ ਜਾ ਕੇ ਇਸ਼ਨਾਨ ਇਸ ਕਰਕੇ ਨਹੀਂ ਕਰਨਾ ਕਿ ਤੁਸੀਂ ਉੱਥੇ ਪਵਿੱਤਰ ਹੋ ਜਾਓਗੇ। ਕਹਿੰਦੇ ਤੀਰਥ ਪਾਵਨ ਤੁਮ ਤੇ ਹੋਏ, ਤੁਸੀਂ ਵੱਡੇ ਹੋ, ਤੁਹਾਡੇ ਜਾਣ ਕਰਕੇ ਤੀਰਥ ਵੀ ਪਵਿੱਤਰ ਹੋ ਜਾਣਗੇ। ਔਰ ਇਹ ਸਤਿਗੁਰੂ ਜੀ ਨੇ ਪਾਵਨ ਵਚਨ ਕਹੇ ਵੀ ਨੇ ਕਿ ਗੰਗਾ ਜਮਨਾ ਸਰਸਵਤੀ ਗੋਦਾਵਰੀ ਜਿੰਨੇ ਇਹ ਤੀਰਥ ਨੇ, ਇਹ ਤੇ ਉਦਮ ਕਰਦੇ ਨੇ, ਲੋਚਦੇ ਨੇ। ਉਦਮ ਕਰੇ ਧੂਰ ਸਾਧੂ ਕੀਤਾ, ਕਿ ਕੋਈ ਐਵੇਂ ਦਾ ਸਾਧੂ ਆਵੇ ਜਿਹੜਾ ਸਾਡੇ ਵਿੱਚ ਆ ਕੇ ਚਰਨ ਪਾਏ, ਕਿ ਸਾਡੇ ਅੰਦਰ ਦੇ ਮੈਲ ਵੀ ਕੱਢੀ ਜਾਏ। ਹੁਣ ਬਾਦਸ਼ਾਹ ਕਹਿੰਦਾ ਕਿ ਇਸ ਕਰਕੇ ਜਾਣਾ ਕਿ ਉੱਥੇ ਤੀਰਥ ਵੀ ਪਵਿੱਤਰ ਹੋ ਜਾਣ। ਇਹ ਮੂਰਖ ਲੋਕ ਨੇ, ਇਹ ਨਹੀਂ ਜਾਣਦੇ ਬੇਈਮਾਨ। ਇਸ ਪ੍ਰਕਾਰ ਕਹਿ ਅਕਬਰ ਸ਼ਾਹੂ, ਰਾਮਦਾਸ ਕਰ ਵਿਦਾ ਉਮਾਹੂ। ਅਕਬਰ ਬਾਦਸ਼ਾਹ ਨੇ ਇਸ ਤਰ੍ਹਾਂ ਸ੍ਰੀ ਰਾਮਦਾਸ ਜੀ ਨੂੰ ਉੱਥੇ ਬੜੇ ਨਿਮਰਤਾ ਦੇ ਵਿੱਚ ਆ ਕੇ ਬੇਨਤੀਆਂ ਕੀਤੀਆਂ, ਔਰ ਫਿਰ ਬਾਅਦ ਵਿੱਚ ਬੜੇ ਉਤਸ਼ਾਹ ਦੇ ਨਾਲ ਆਪ ਸਿੰਘਾਸਨ ਤੋਂ ਉੱਠਿਆ, ਸ੍ਰੀ ਗੁਰੂ ਰਾਮਦਾਸ ਜੀ ਨੂੰ ਵਿਦਾ ਕਰਨ ਵਾਸਤੇ ਬਾਅਦ ਤੱਕ ਆਇਆ। ਇੱਕ ਦਿਨ ਆਪਣੇ ਗ੍ਰਹਿ ਰਹਿ ਕਰਕੇ, ਸ੍ਰੀ ਗੁਰੂ ਕੋ ਮਨ ਪ੍ਰੇਮ ਸੰਭਰਕੈ। ਕਹਿੰਦੇ ਧੰਨ ਗੁਰੂ ਰਾਮਦਾਸ ਜੀ ਫਿਰ ਲਾਹੌਰ ਵਿੱਚ ਜਿਹੜਾ ਘਰ ਸੀ, ਇੱਕ ਰਾਤ ਫਿਰ ਉੱਥੇ ਰੁਕੇ, ਔਰ ਮਨ ਦੇ ਵਿੱਚ ਫਿਰ ਅਗਲੇ ਦਿਨ ਸਵੇਰੇ ਤੜਕੇ ਧੰਨ ਗੁਰੂ ਅਮਰਦਾਸ ਜੀ ਦਾ ਪ੍ਰੇਮ ਮਨ ਦੇ ਵਿੱਚ ਭਰ ਕੇ, ਜਬ ਬਾਜ਼ਾਰ ਮੈਂ ਪਹੁੰਚੇ ਜਾਏ, ਬਹੁਤ ਮੋਲ ਕੇ ਬਸਤਰ ਵਿਕਾਏ। ਕਿਉਂਕਿ ਸਤਿਗੁਰੂ ਦੇ ਘਰ ਤੋਂ ਚੂਨਾ ਮੰਡੀ ਤੋਂ ਜਦੋਂ ਗੋਬਿੰਦਵਾਲ ਸਾਹਿਬ ਨੂੰ ਆਉਣਾ ਤੇ ਸੁਭਾਵਕ ਸੀ ਬਾਜ਼ਾਰ ਵਿੱਚੋਂ ਲੰਘ ਕੇ ਆਉਣਾ ਸੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ ਨੇ, ਚੱਲੇ ਨੇ ਗੋਬਿੰਦਵਾਲ ਸਾਹਿਬ ਨੂੰ, ਬਾਜ਼ਾਰ ਦੇ ਵਿੱਚ ਜਦੋਂ ਲੰਘ ਰਹੇ ਨੇ, ਦਿਨ ਚੜ੍ਹਿਆ ਹੋਇਆ, ਬਾਜ਼ਾਰ ਦੇ ਵਿੱਚ ਦੁਕਾਨਾਂ ਕੁਝ ਖੁੱਲ੍ਹੀਆਂ ਨੇ, ਕੁਝ ਖੁੱਲ੍ਹ ਰਹੀਆਂ ਨੇ। ਔਰ ਧੰਨ ਗੁਰੂ ਰਾਮਦਾਸ ਜੀ ਨੇ ਇੱਕ ਦੁਕਾਨ ਤੇ ਵੇਖਿਆ ਕਿ ਚਿੱਟੇ ਰੰਗ ਦੇ ਚਿੱਟੇ ਬਸਤਰ, ਬੜੇ ਕੀਮਤੀ, ਬੜੇ ਮੁੱਲ ਦੇ ਬਸਤਰ ਵਿਕ ਰਹੇ ਸਨ। ਔਰ ਇਹ ਕੱਪੜੇ ਜਿਹੜੇ ਨੇ, ਆਪ ਜੀ ਜਾਣਦੇ ਹੋ, ਪਹਿਲਾਂ ਸ਼ਾਇਦ ਇੰਨੀ ਵੈਰਾਈਟੀ ਨਹੀਂ ਸੀ।
ਕਿ ਜਾਂ ਕਾਠੇ ਵਾਲਾ ਤੇ ਜਾਂ ਪਸ਼ਮੀਨੇ ਦੇ ਕੱਪੜੇ ਨੂੰ ਕਹਿੰਦੇ ਸਨ ਬੜਾ ਮਹਿੰਗਾ ਹੈ, ਬੜਾ ਕੀਮਤੀ ਹੈ। ਇਹ ਬੜਾ ਮੁਲਾਇਮ ਤੇ ਬੜਾ ਸੋਹਣਾ ਕੀਮਤੀ ਕੱਪੜਾ ਧੰਨ ਗੁਰੂ ਰਾਮਦਾਸ ਜੀ ਨੇ ਦੇਖਿਆ। ਔਰ ਕੱਪੜਾ ਅਸਲ ਵਿੱਚ ਜਦੋਂ ਕੋਈ ਵੀ ਸੋਹਣਾ ਵੇਖੇ ਤਾਂ ਸਭ ਤੋਂ ਪਹਿਲਾਂ ਮਨ ਵਿੱਚ ਕੀ ਹੁੰਦਾ ਹੈ ਕਿ ਜੇ ਚਿੱਟਾ ਹੈ ਮੈਂ ਲੈ ਜਾਵਾਂ ਪਜਾਮਾ ਕੁੜਤਾ ਬੜਾ ਸੋਹਣਾ ਬਣੇਗਾ। ਪਰ ਧੰਨ ਗੁਰੂ ਰਾਮਦਾਸ ਜੀ ਦੇ ਮਨ ਵਿੱਚ ਕੀ ਆਇਆ ਜੀ? ਅਤ ਸੁੰਦਰ ਕੋ ਦੇਖਣ ਲਾਗੇ, ਇਹ ਗੁਰੂ ਉਚਿਤ ਚਿਤਬੇ ਲਾਗੇ। ਉਸ ਕੱਪੜੇ ਨੂੰ ਹੱਥ ਵਿੱਚ ਫੜ ਕੇ ਵੇਖਦੇ ਨੇ, ਬੜਾ ਸੋਹਣਾ ਔਰ ਮਹਿੰਗਾ ਵੀ ਬੜਾ ਹੈ। ਤੇ ਧੰਨ ਗੁਰੂ ਰਾਮਦਾਸ ਜੀ ਮਨ ਵਿੱਚ ਵਿਚਾਰ ਕਰਦੇ ਨੇ ਕਿ ਐਡਾ ਸੋਹਣਾ ਜਾਮਾ, ਐਡਾ ਸੋਹਣਾ ਚੋਲਾ ਤੇ ਮੇਰੇ ਗੁਰੂ ਜੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪਾਉਣ ਤੇ ਉਹਨਾਂ ਤੇ ਬੜਾ ਸੋਹਣਾ ਲੱਗੇਗਾ, ਸੁਖਦਾਈ ਵੀ ਹੈ, ਮੁਲਾਇਮ ਹੈ, ਪਤਲਾ ਹੈ। ਗੁਰ ਕੋ ਬਸਤਰ ਹੋਏ ਇਸ ਕੇਰਾ, ਇਹ ਉੱਪਰ ਕੋ ਬੜੇ ਬਡੇਰਾ। ਵੇਖਦੇ ਨੇ ਸਤਿਗੁਰੂ ਕਿ ਮੇਰੇ ਗੁਰੂ ਦੇ ਵਾਸਤੇ ਵਸਤਰ ਬਣੇ, ਤੇ ਫਿਰ ਵੇਖਦੇ ਨੇ ਕਿ ਇਹਨਾਂ ਕੋ ਕੱਪੜਾ ਹੋਵੇ, ਇਹ ਉੱਤੇ ਲੈਣ ਵਾਲੀ ਚਾਦਰ ਬਣ ਸਕਦੀ ਹੈ। ਇਹਨਾਂ ਕੋ ਕੱਪੜਾ ਹੋਵੇ, ਇਹ ਚੋਲਾ ਬਣ ਸਕਦਾ ਹੈ। ਔਰ ਸਤਿਗੁਰੂ ਜੀ ਅਕਸਰ ਇੱਕ ਚਾਦਰ ਤੇੜ ਬੰਨ੍ਹਦੇ ਸਨ, ਜਿਹਨੂੰ ਪਿੰਡਾਂ ਵਿੱਚ, ਸਾਡੇ ਪਿੰਡਾਂ ਵਿੱਚ ਆਮ ਉਹ ਲੱਕ ਦੀ ਬੋਲਦੇ ਸਨ, ਚਾਦਰ ਲੱਕ ਦੀ ਬੰਨੀ। ਧੋਤੀ ਵੀ ਕਹਿ ਦਿੰਦੇ ਨੇ, ਵੈਸੇ ਧੋਤੀ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ ਕਿ ਇੰਨੇ ਕੁ ਕੱਪੜੇ ਦੀ ਧੋਤੀ ਬਣੇਗੀ ਜਿਹੜੀ ਪਾਉਂਦੇ ਨੇ, ਇੰਨੇ ਕੁ ਕੱਪੜੇ ਦਾ ਜਿਹੜਾ ਸਿਰ 'ਤੇ ਦਸਤਾਰ ਬੰਨ੍ਹਦੇ ਨੇ, ਉਹ ਪਟਕਾ, ਉਹ ਦਸਤਾਰ ਬਣ ਜਾਏਗੀ, ਇਹ ਹਜੂਰੀਆ ਬਣ ਜਾਏਗਾ। ਧਨ ਟਿਕ ਨਹੀਂ ਮੂਲ ਜੋ ਦੇਹ, ਗੁਰਹਿਤ ਬਸਤਰ ਬਣਾਏ ਸੇ ਜੇਲੇ। ਪਰ ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਉਹਦਾ ਮੁੱਲ ਪੁੱਛਿਆ, ਕੀਮਤੀ ਬੜਾ ਸੀ, ਮਹਿੰਗਾ ਸੀ। ਇਹ ਕਹਿ ਦਈਏ ਕਿ ਉਹਨਾਂ ਦਿਨਾਂ ਵਿੱਚ ਸ਼ਾਇਦ ਉਹ ਸਭ ਤੋਂ ਮਹਿੰਗਾ ਸੀ। ਪਰ ਜਿੰਨੇ ਦਾ ਕੱਪੜਾ ਚਾਹ ਬਣਦਾ ਹੈ, ਉਹਨੇ ਕੋਲ ਪੈਸੇ ਨਹੀਂ ਦੇਣ ਜੋਗੇ, ਧਨ ਨਹੀਂ। ਤੇ ਹੁਣ ਧਨ ਤੋਂ ਬਿਨਾਂ ਕੱਪੜਾ ਲੈਣ ਕਿਵੇਂ? ਪਰ ਮਨ ਦੇ ਵਿੱਚ ਵਿਚਾਰ ਬਣਾ ਲਈ ਕਿ ਮੇਰੇ ਗੁਰੂ ਵਾਸਤੇ ਬੜਾ ਸੋਹਣਾ ਹੈ। ਗੁਰ ਕੇ ਉਚਿਤ ਜਾਣ ਨਹਿ ਤਜੈ, ਖਰੋ ਰਹਿਓ ਹਿਰਦੇ ਮੈਂ ਜਜੈ। ਹੁਣ ਬਸਤਰ ਖਰੀਦਣ ਜੋਗੇ ਕੋਲ ਮਾਇਆ ਨਹੀਂ, ਰੁਪਈਆ ਨਹੀਂ। ਪਰ ਗੁਰੂ ਸਾਹਿਬ ਜੀ ਵਾਸਤੇ ਬਸਤਰ ਬਹੁਤ ਹੀ ਸੋਹਣੇ ਉਹਨਾਂ 'ਤੇ ਲੱਗਣਗੇ, ਉਹਨਾਂ ਦੇ ਯੋਗ ਨੇ। ਇਸ ਕਰਕੇ ਧੰਨ ਗੁਰੂ ਰਾਮਦਾਸ ਜੋ ਕੱਪੜਾ ਛੱਡ ਵੀ ਨਹੀਂ ਰਹੇ, ਉੱਥੇ ਖਲੋ ਕੇ ਕੱਪੜੇ ਨੂੰ ਵੇਖਦੇ ਰਹੇ ਕਿ ਛੱਡਣ ਨੂੰ ਚਿੱਤ ਨਹੀਂ ਕਰਦਾ, ਛੱਡ ਕੇ ਜਾਓ। ਮਨ ਕਰ ਬਸਤਰ ਸੇਵ ਤੋ ਕਰਿਓ, ਗੁਰ ਕਰਕੇ ਪਹਿਰਾਵਣ ਕਰਿਓ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਨ ਵਿੱਚ ਫਿਰ ਜਿਵੇਂ ਬੰਦਾ ਸੋਚ ਲੈਂਦਾ ਨਾ ਕਿ ਜੇ ਇਵੇਂ ਕੱਪੜਾ ਬਣਾਇਆ ਹੋਵੇ, ਇਵੇਂ ਸਿੱਤਾ ਹੋਵੇ, ਇਵੇਂ ਗੁਰੂ ਸਾਹਿਬ ਜੀ ਜੇ ਪਾਉਂਦੇ ਹੋਣ ਜਾਂ ਪਾਏ ਹੋਣ ਤਾਂ ਕਿਵੇਂ ਦੇ ਲੱਗਣਗੇ। ਇਹ ਪੂਰਾ ਦ੍ਰਿਸ਼ ਬੰਦਾ ਮਨ ਵਿੱਚ ਬਣਾ ਹੀ ਲੈਂਦਾ ਹੈ। ਔਰ ਧੰਨ ਗੁਰੂ ਰਾਮਦਾਸ ਜੀ ਉੱਤੇ ਖੜੇ ਖੜੇ ਮਨ ਕਰਕੇ ਇਹ ਸਾਰਾ ਦ੍ਰਿਸ਼ ਬਣਾਇਆ। ਮਨ ਕਰਕੇ, ਵਿਚਾਰ ਕਰਕੇ ਖੜੇ ਲਾਹੌਰ ਦੇ ਬਾਜ਼ਾਰ ਵਿੱਚ ਨੇ। ਤੇ ਧੰਨ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਨੂੰ ਉਹ ਚੋਲਾ ਪਵਾ ਵੀ ਰਹੇ ਨੇ ਸੀ ਕਿ ਜਿਵੇਂ ਇਹ ਸੀ ਦਿੱਤਾ ਹੈ ਤੇ ਇਹ ਪਾਉਣ ਲੱਗੇ। ਪੁਨ ਉੱਪਰ ਕੋ ਬਸਤਰ ਸੁਧਾਰੇ, ਪਹਿਰਾਵੇ ਗੁਰ ਧਿਆਨ ਸੁਧਾਰੇ। ਕਿਉਂਕਿ ਧਿਆਨ ਹੀ ਹੈ ਨਾ, ਧਿਆਨ ਨਾਲ ਹੀ ਪਾ ਰਹੇ ਨੇ ਕਿ ਇਵੇਂ ਗੁਰੂ ਸਾਹਿਬ ਨੇ ਜਦੋਂ ਬਸਤਰ ਪਾ ਲਏ ਹੋਣਗੇ, ਇਹ ਧੋਤੀ ਬੰਨ੍ਹ ਲਈ ਹੋਏਗੀ, ਤੇ ਫਿਰ ਇਵੇਂ ਕਰਕੇ ਉੱਤੇ ਵਾਲੀ ਚਾਦਰ ਗੁਰੂ ਸਾਹਿਬ ਨੂੰ ਇਵੇਂ ਦਿਆਂਗਾ ਕਿ ਜਿਵੇਂ ਆਪ ਹੀ ਆਪਣੇ ਹੱਥੀਂ ਪਾਉਂਦੇ ਹੋਣ, ਧਿਆਨ ਕਰਕੇ। ਗੋਬਿੰਦ ਵਾਰ ਜਾਨ ਕਰ ਪਾਓ, ਸ੍ਰੀ ਗੁਰ ਪਹਿਰੇ ਅੰਗ ਹਿਲਾਓ। ਉਧਰ ਧੰਨ ਗੁਰੂ ਅਮਰਦਾਸ ਜੀ ਗੋਬਿੰਦਵਾਲ ਸਾਹਿਬ ਦੀ ਧਰਤੀ ਨੇ ਔਰ ਦੇਖੋ ਪ੍ਰੇਮ ਕਿ ਗੁਰੂ ਰਾਮਦਾਸ ਜੀ ਲਾਹੌਰ ਦੇ ਬਾਜ਼ਾਰ ਵਿੱਚ ਨੇ, ਕੱਪੜੇ ਨੂੰ ਹੱਥ ਨਹੀਂ ਹੋਣ ਲਾਇਆ, ਬਸ ਮਨ 'ਚ ਵਿਚਾਰ ਕਰਕੇ, ਮਨ ਕਰਕੇ, ਧਿਆਨ ਕਰਕੇ ਪਾਉਂਦੇ ਪਏ ਨੇ ਗੁਰੂ ਸਾਹਿਬ ਜੀ ਪਾਉਣਗੇ। ਉਧਰ ਗੋਬਿੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਜੀ ਨੂੰ ਕੱਪੜੇ ਪਾ ਵੀ ਰਹੇ ਨੇ, ਆਪਣੇ ਅੰਗਾਂ ਨੂੰ ਉਸੇ ਤਰ੍ਹਾਂ ਹਿਲਾ ਰਹੇ ਨੇ ਜਿਵੇਂ ਕਿ ਕੋਈ ਚੋਲਾ ਪਾਉਂਦਾ ਹੋਵੇ ਤੇ ਇੱਕ ਬਾਂਹ ਚੁੱਕਦੇ ਨੇ, ਫਿਰ ਦੂਜੀ ਚੁੱਕਦੇ ਨੇ।
और फिर जिवें वो चोले दी तणियां बन्निया जाते हैं, आम तौर पर पहलों बटन घट तो इवें तणियां वाले होंगे सन, तणी बन गई। गुरु साहब जी तणियां भी बन्नते हैं, हथ भी हिलाते हैं। कब हाथन को ऊंचा करे, कबे तनी बंधन को धरै। कदे हाथ उच्चा चुकते हैं जिवें चोला पाउंदे होंदे ने, और कदे तणियां बन्नते हैं। इत उत को कर देह हिलावै, सब सिख देख देख बिसमावै। और धन गुरु अमरदास जी उस वेले चबारे दे विच नहीं, संगतां दे विच बैठे हुए ने, दीवान सजिया होया है। तो जदों गुरु साहब जी इधर उधर करके शरीर के सारे अंग हिला रहे हैं, तो फिर सुभावक से संगतां वेख वेख के हैरान होना से, संगतां बड़ियां हैरान हो कि गुरु साहब जी संगत में आके ते हथ पैर कदे हिलाउंदे ही नहीं, तो अज सारे अंग हिला रहे हैं। बैठे सिरे सतपुर बिन कारण, इत उत तनकार पूजा उसारण। गुरु साहब जी बैठे हुए पर बिना ही किसी कारण तो गुरु साहब जी अपनी बाहां इधर उधर हिला रहे हैं, अंग हिला रहे हैं, कदे पैर हिलाउंदे ने। सब कै मन के बल्लू जान, संशय जुत होए बूझण ठान। हुण इस संशय तो सारे के मन में से गुरु साहब जी क्यों हथ पैर हिला रहे हैं। और भाई बल्लू ने जान भी लिया कि सिख पुछना तो चाहते हैं पर पुछ नहीं सकते, पुछते नहीं। सारे दे जान के भाई बल्लू जी ने सारी संगत वालों पुछ ही लिया। हे प्रभु सिंहासन पर थिरे, किम इत उत अंगन को करे। भाई बल्लू जी कहते हैं, हे सतगुरु है प्रभु जी सिंहासन पर बैठे हुए हो, तो फिर इधर उधर अंग जोड़े ने वो क्यों हिला रहे हो। क्योंकि बाहां कदे उत्ते चुकते हैं, कदे बाहां अगे नूं लंमियां करते हैं, कमें जिवें चोले दी तड़ियां बनते हैं, हथ इस तरह हिलाउंदे ने। रावर लीला लखे न जाए, कहिए प्रभु चाहे समुदाय। सतगुरु जी आप जी की लीला है, ये लखी तो नहीं जा सकती, पर आ सारी संगत बैठी है। कहिए प्रभु चाहत समुदाय, सारी संगत चाहती है कि एक कारण सतगुरु जी दस दो कि इस तरह हथ पैर क्यों हिला रहे हो। तब श्री अमर भणियो मन भावत, रामदास मोहे पट पहरावत। धन गुरु अमरदास जी ने फिर उस संगत में दसिया, कहते भाई हथ पैर मैं नहीं हिला रहा, ये तो रामदास जी हिला रहे हैं, सानू वस्त्र पवा रहे हैं। भावें लाहौर च खड़े ने, प्रेम इन्ना है, प्रेम दे करके मन करके ध्यान करके सानू वस्त्र पवा रहे हैं। लाहपुर के बाजार मह थिरियो, तह पिक पट पहरावण करियो। कि रामदास जी लाहौर के बाजार में खड़े हुए ने, कपड़े नूं वेख रहे ने, ध्यान करके बस वो कपड़ा सी के मेरे गल पा रहे हैं भी इवें पावांगे तो गुरु साहब जी इवें दे लगणगे। सुन सबण तब शीस निवायो, भाओ सदा सिखण को पायो। इस तरह सुन के सारे ने शीस झुकाया। और धन गुरु रामदास जी का प्रेम, अगों गुरु अमरदास जी की वो प्रेम भावना वेख के सारे ने सिर झुकाया है। देखो प्रेम संसार के लोग भी करते हैं, और ये आप जानने कि प्रेम जोड़ा है, प्रेम जे वेखिए तो सब तो वध माँ अपने धी पुत्र नूं करती है। कि समा आउंदा किते पुत्र दूर चला जाए, माँ तो फोन करके जरूर पूछ लेगी कि पुत्र दस बोलो रोटी खाधी कि नहीं। पर शायद फिर धियां पुत्र जो समा आउंदा भुल जाते हैं कि हुण बापू बेबे तू रोटी खाधी कि नहीं खाधी। ये दुनिया का प्रेम हो सकता कि किते कोई एक पासों भुल जाए पर मां नहीं भुलती, पर गुरु का प्रेम इस तरह है, केवल सिख ही नहीं करता, पुत्र ही नहीं करता, तो गुरु का प्रेम भी उस तरह का है। और ये प्रेम दुनिया के प्रेम तरी कुछ चिरा नहीं, क्योंकि जोड़ा प्रेम दुनिया का है किते ना किते जे विच लालच है। और बाबा फरीद जी का पावन वचन फिर चेते होता है, वो टुटी हुई उस छन की तरह है कि जे मीह पवे तो छन बहुता चिर
ਉਸ ਮੀਂਹ ਤੋਂ ਬਚਾ ਨਹੀਂ ਸਕਦੀ। ਔਰ ਇਵੇਂ ਦਾ ਪ੍ਰੇਮ ਜਿਹਦੇ ਵਿੱਚ ਸਵਾਰਥ ਹੈ, ਬਹੁਤਾ ਸਿਰ ਉਹ ਟਿਕ ਨਹੀਂ ਸਕਦਾ, ਅੱਜ ਨਹੀਂ ਤੇ ਕੱਲ੍ਹ ਉਹ ਟੁੱਟਿਆ ਹੀ ਟੁੱਟਿਆ। ਪਰ ਇੱਥੇ ਪ੍ਰੇਮ ਕਰਦਾ ਧੰਨ ਗੁਰੂ ਰਾਮਦਾਸ ਜੀ ਦਾ ਨਹੀਂ, ਅੱਗੋਂ ਗੁਰੂ ਅਮਰਦਾਸ ਜੀ ਦਾ ਵੀ ਪ੍ਰੇਮ ਉਸੇ ਤਰ੍ਹਾਂ ਦਾ ਹੈ। ਸਿੱਖਾਂ ਨੇ, ਸੰਗਤਾਂ ਨੇ ਸੁਣਿਆ, ਸੀਸ ਝੁਕਾ ਦਿੱਤਾ, ਨਾਲੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਜੀ। ਇਮ ਤਹਿ ਬਸਤਰ ਨਿਵੇਦਨ ਕਰੇ, ਲੱਖ ਔਰ ਉਚਿਤ ਪ੍ਰੇਮ ਤੇ ਭਰੇ। ਬਸ ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਨੇ ਵਸਤਰ ਉੱਥੋਂ ਮੰਡ ਕਰਕੇ, ਭਾਵਨਾ ਕਰਕੇ ਅਰਪਣ ਕਰ ਦਿੱਤੇ। ਸਾਨੂੰ ਕਈ ਵਾਰੀ ਲੱਗਦਾ ਕਿ ਮਹਿੰਗਾ ਰੁਮਾਲਾ ਖਰੀਦਾਂਗੇ, ਫਿਰ ਅਰਦਾਸ ਕਰਾਂਗੇ, ਸ਼ਾਇਦ ਗੁਰੂ ਸਾਹਿਬ ਜੀ ਤਾਂ ਹੀ ਪ੍ਰਵਾਨ ਕਰਨਗੇ। ਹੁਣ ਇਹ ਤਾਂ ਸਾਡੇ ਸਾਹਮਣੇ ਇਤਿਹਾਸ ਵੀ ਨਾ, ਗੁਰੂ ਨੂੰ ਤਾਂ ਸਿਰਫ ਪ੍ਰੇਮ ਚਾਹੀਦਾ ਹੈ। ਕੋਈ ਪੈਸਾ ਕੋਲ ਨਹੀਂ, ਰੁਪਈਆ ਖਰੀਦਿਆ ਨਹੀਂ, ਬਸ ਭਾਵਨਾ ਕਰਕੇ ਅਰਦਾਸ ਕਰ ਦਿੱਤੀ ਕਿ ਸਤਿਗੁਰੂ ਜੀ ਇਸੇ ਨੂੰ ਪ੍ਰਵਾਨ ਕਰ ਲਓ। ਔਰ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ ਕਿ ਸੇਵਾ ਅਸਲ ਵਿੱਚ ਪ੍ਰਵਾਨ ਵੀ ਉਹ ਹੈ ਜਿਹੜੀ ਭਾਵਨਾ ਦੇ ਨਾਲ ਤੇ ਚਿੱਤ ਲਾ ਕੇ ਕੀਤੀ ਜਾਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਾਵਨ ਬਚਨ ਕਹੇ ਨੇ ਕਿ ਗੁਰੂ ਕਿਸੇ ਕੋਈ ਗੱਲ ਧਿਆਨ ਦੇ ਨਾਲ ਸੁਣ ਲਓ, ਉਹ ਬਿਲਕੁਲ ਸੱਚ ਹੈ ਕਿ ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਔਰ ਜਿਹਨੇ ਪ੍ਰੇਮ ਦੇ ਨਾਲ ਅਰਪਣ ਕਰ ਦਿੱਤਾ, ਗੁਰੂ ਦੀ ਸੇਵਾ ਕਰ ਦਿੱਤੀ, ਗੁਰੂ ਸਾਹਿਬ ਜੀ ਕਹਿੰਦੇ ਸੇਵਾ ਹੈ ਵੀ ਪ੍ਰਵਾਨ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਹੁਣ ਸਿਰਫ ਚੇਤੇ ਲਾਇਆ ਨਾ, ਉੱਥੇ ਕੋਈ ਰੁਪਈਆ ਨਹੀਂ ਦਿੱਤਾ, ਕੋਈ ਉੱਥੋਂ ਕੱਪੜਾ ਕਟਾਇਆ ਨਹੀਂ, ਕਿਸੇ ਤੋਂ ਸਵਾਇਆ ਨਹੀਂ, ਪਰ ਗੁਰੂ ਸਾਹਿਬ ਨੇ ਪ੍ਰਵਾਨ ਵੀ ਕੀਤਾ ਹੈ। ਰਾਮਦਾਸ ਪੁਨ ਚੱਲੇ ਅਕਾਰੇ, ਆਏ ਚੌਂਕ ਨਖਾਸ ਮਝਾਰੇ। ਉੱਥੇ ਗੁਰੂ ਸਾਹਿਬ ਜੀ ਨੇ ਮਨ ਹੀ ਮਨ ਵਿੱਚ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ ਕੱਪੜਾ ਤੁਹਾਡੇ ਤੇ ਜਚਣਾ ਸੀ। ਗੁਰੂ ਸਾਹਿਬ ਨੇ ਪ੍ਰਵਾਨ ਕਰ ਲਿਆ। ਧੰਨ ਗੁਰੂ ਰਾਮਦਾਸ ਜੀ ਫਿਰ ਉੱਥੋਂ ਅੱਗੇ ਚੱਲੇ ਨੇ। ਲਾਹੌਰ ਦੇ ਵਿੱਚ ਇੱਕ ਚੌਂਕ ਹੈ, ਨਖਾਸ ਚੌਂਕ। ਸਤਿਗੁਰੂ ਜੀ ਨਖਾਸ ਚੌਂਕ 'ਚ ਪਹੁੰਚਦੇ ਨੇ। ਬਿਨ ਰੁੱਤ ਤੇ ਤਹਿ ਅੰਬ ਪਿਕਾਏ, ਅਤ ਸੁੰਦਰ ਪਿਖ ਰਹਿਉ ਲੁਭਾਏ। ਉੱਥੇ ਬਿਨਾਂ ਰੁੱਤ ਤੋਂ ਜਿਹੜੇ ਅੰਬ ਹੁੰਦੇ ਨੇ ਉਹ ਵਿਕ ਰਹੇ ਨੇ। ਅੰਬਾਂ ਦੀ ਬਹਾਰ ਨਹੀਂ, ਅੰਬਾਂ ਦੀ ਰੁੱਤ ਨਹੀਂ, ਪਰ ਅੰਬ ਫਿਰ ਵੀ ਵਿਕਦੇ ਨੇ। ਔਰ ਉਹ ਅੰਬ ਜਿਹੜੇ ਨੇ ਵੇਖਣ ਨੂੰ ਲੱਗਦੇ ਵੀ ਬੜੇ ਸੋਹਣੇ ਨੇ, ਪੱਕੇ ਹੋਏ ਨੇ। ਹੁਣ ਧੰਨ ਗੁਰੂ ਰਾਮਦਾਸ ਜੀ ਨੂੰ ਉੱਥੇ ਅੰਬ ਦੇਖੇ ਕਿ ਅੰਬ ਜਿਹੜੇ ਨੇ ਵਾਕਈ ਸੋਹਣੇ ਨੇ। ਲਾਭਪੁਰ ਕੀ ਇਹ ਵਸਤੂ ਅਜਾਇਬ, ਅਰਪਣ ਉਚਿਤ ਸਰਸ ਗੁਰ ਸਾਹਿਬ। ਔਰ ਧੰਨ ਗੁਰੂ ਰਾਮਦਾਸ ਜੀ ਵਿਚਾਰ ਕਰਦੇ ਨੇ, ਲਾਹੌਰ ਦੀ ਇਹ ਵਸਤੂ, ਇਹਨੂੰ ਕਿਹਾ ਜਾ ਸਕਦਾ ਕਿ ਅਜਾਇਬ ਹੈ, ਅਜੀਬ ਹੈ, ਕਿਉਂਕਿ ਮੌਸਮ ਕੋਈ ਨਹੀਂ, ਅੰਬ ਹੈ ਤੇ ਅੰਬ ਵੇਖਣ ਨੂੰ ਹੈ ਵੀ ਬੜਾ ਸੋਹਣਾ। ਇਸ ਕਰਕੇ ਜਿਹੜੀ ਵਸਤੂ ਅਨੋਖੀ ਹੋਵੇ, ਅਜਾਇਬ ਹੋਵੇ, ਉਹ ਵਸਤੂ ਤੇ ਗੁਰੂ ਸਾਹਿਬ ਵਾਸਤੇ ਹੀ ਹੋ ਸਕਦੀ ਹੈ। ਇਹ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੂੰ ਭੇਟ ਕਰਾਂਗਾ। ਰਿਕਤ ਹਾਥ ਬੜੀ ਅਨਟਿਕ ਜਾਨਾ, ਇਸ ਤੇ ਪਰੇ ਆਨ ਕੋ ਹਨਾ। ਕਿਉਂਕਿ ਧੰਨ ਗੁਰੂ ਰਾਮਦਾਸ ਜੀ ਉੱਥੇ ਵਿਚਾਰ ਕਰਦੇ ਨੇ, ਵੱਡਿਆਂ ਕੋਲ ਜਾਣਾ ਹੈ। ਧੰਨ ਗੁਰੂ ਅਮਰਦਾਸ ਜੀ ਵੱਡੇ ਨੇ, ਗੁਰੂ ਵੀ ਨੇ। ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ ਦੇ ਸਹੁਰਾ ਸਾਹਿਬ ਵੀ ਨੇ। ਤੇ ਖਾਲੀ ਹੱਥ ਵੱਡਿਆਂ ਦੇ ਕੋਲ ਜਾਣਾ ਕਿ ਇਹ ਲੱਗਦਾ ਕਿ ਵੱਡਿਆਂ ਦਾ ਮਾਣ ਨਹੀਂ ਇਹਦੇ ਵਿੱਚ ਰਹਿੰਦਾ, ਇਹਦੇ ਵਿੱਚ ਅਪਮਾਨ ਲੱਗਦਾ ਹੈ। ਖਾਲੀ ਨਹੀਂ ਜਾਣਾ ਚਾਹੀਦਾ, ਕੋਈ ਨਾ ਕੋਈ ਭੇਟਾ ਤਾਂ ਲੈ ਕੇ ਜਾਣੀ ਚਾਹੀਦੀ ਹੈ। ਅਦ ਪੁੱਤ ਬਿਨ ਰੁੱਤ ਫਲ ਲੈ ਜੈਹੂੰ, ਅਰਬ ਆਗਾਰੀ ਬੰਧਨ ਕਹਿਉ। ਤੇ ਇਹ ਜਿਹੜਾ ਅਦ ਪੁੱਤ ਫਲ ਹੈ, ਬਿਨਾਂ ਰੁੱਤ ਵਾਲਾ ਫਲ ਅੰਬ, ਗੁਰੂ ਸਾਹਿਬ ਨੇ ਇਹ ਜਾ ਕੇ ਭੇਟ ਕਰਾਂਗਾ। ਬਹੁਤ ਦਿਨ ਕੇ ਬਿਛਰੇ ਦਰਸੈ ਹੋ, ਪਿਕ ਸਰੂਪ ਲੋਚਨ ਤ੍ਰਿਪਤੈ ਹੋ। ਕਿਉਂਕਿ ਕਈ ਦਿਨਾਂ ਦੇ ਵਿਛੜਿਆ, ਲਾਹੌਰ ਆਏ, ਲਾਹੌਰ ਤੋਂ ਵਾਪਸ ਜਾਣਾ, ਕਈ ਦਿਨ ਹੋ ਗਏ ਨੇ। ਤੇ ਅੱਜ ਜਾ ਕੇ ਸਤਿਗੁਰੂ ਦੇ ਦਰਸ਼ਨ ਜੇ ਕਰਾਂਗਾ, ਕੱਲ੍ਹ ਪਹੁੰਚੇ ਜਾਣਾ ਹੈ, ਅੱਜ ਚੱਲਣਾ, ਕੱਲ੍ਹ ਪਹੁੰਚਾਂਗਾ। ਕਈ ਦਿਨਾਂ ਬਾਅਦ ਜਾ ਕੇ ਦਰਸ਼ਨ ਕਰਕੇ ਰੱਜਾਂਗਾ, ਤ੍ਰਿਪਤ ਹੋਵਾਂਗਾ। ਔਰ ਦਰਸ਼ਨ ਖਾਲੀ ਹੱਥ ਨਹੀਂ ਕਰਨੇ ਚਾਹੀਦੇ। ਟਿਕ ਹੋਏ ਬੁੱਝੋ ਵੇਚਣ ਵਾਰੋ, ਕਹੋ ਮੋਲ ਇਹ ਫਲ ਵਿਵਹਾਰੋ।
ਧੰਨ ਗੁਰੂ ਰਾਮਦਾਸ ਜੀ ਨੇ ਫਲ ਵੇਚਣ ਵਾਲੇ ਨੂੰ ਨੇੜੇ ਹੋ ਕੇ ਪੁੱਛਿਆ, ਭਾਈ ਕਿਵੇਂ ਇਹ ਫਲ ਕਿਵੇਂ, ਅੰਬ ਦੱਸ ਕਿਵੇਂ, ਕੀ ਰੇਟ ਲਾਇਆ? ਏਕ ਰਜਤ ਪਨ ਮੂਲ ਕੀਓ ਹੈ, ਸੋ ਦੇ ਕਰ ਨਿਜ ਹੱਥ ਦਿਓ ਹੈ। ਇੱਕ ਰਜਤ ਪਣ, ਚਾਂਦੀ ਦਾ 1 ਰੁਪਈਆ, ਚਾਂਦੀ ਦੇ ਰੁਪਏ ਚੱਲਦੇ ਸਨ। ਔਰ ਉਹਨਾਂ ਦਿਨਾਂ ਦੇ ਵਿੱਚ ਤੇ 1 ਰੁਪਈਆ ਬੜੀ ਵੱਡੀ ਕੀਮਤ ਸੀ ਜੀ। ਇਹ ਤੇ ਛੋਟੇ ਛੋਟੇ ਅਸੀਂ ਹੁੰਦੇ ਸਾਂ, 1 ਰੁਪਈਏ ਨਾਲ ਸਾਨੂੰ ਚੇਤੇ ਹੈ ਕਿ ਕਈ ਕੁਝ ਖਰੀਦ ਲਈ ਸੀ ਦੁਕਾਨ ਤੋਂ, ਖਾਣ ਪੀਣ ਵਾਲਾ ਸਮਾਨ ਵਾਧੂ, ਕਹਿ ਲਏ ਕਿ ਬੱਚੇ ਪੂਰੇ ਰੱਜ ਜਾਂਦੇ ਸਨ 1 ਰੁਪਈਏ ਨਾਲ। ਔਰ ਗੁਰੂ ਸਾਹਿਬ ਦੇ ਸਮੇਂ 1 ਰੁਪਈਏ ਦੀ ਬੜੀ ਕੀਮਤ ਹੋਵੇ ਕਿ 1 ਰੁਪਈਏ ਨਾਲ ਵੈਸੇ ਆਮ ਜਿਹੜੇ ਅੰਬ ਨੇ ਉਹ ਕਈ ਕਿਲੋ ਆ ਜਾਂਦੇ ਹੁੰਦੇ ਨੇ, ਪਰ ਇਹ ਅਜਾਇਬ ਸੀ, ਬੜੀ ਸੋਹਣੀ ਸੀ, ਕੀਮਤ ਵੀ ਬੜੀ। 1 ਰੁਪਈਆ 1 ਅੰਬ ਦੀ ਕੀਮਤ ਹੈ। ਔਰ 1 ਰੁਪਈਆ ਗੁਰੂ ਸਾਹਿਬ ਜੀ ਦੇ ਕੋਲ ਹੈ ਸੀ, 1 ਰੁਪਈਆ ਕੱਢਿਆ, ਉਹ ਅੰਬ ਵੇਚਣ ਵਾਲੇ ਨੂੰ ਦਿੱਤਾ, ਮੁੱਲ ਉਹਨੂੰ ਦੇ ਦਿੱਤਾ। ਉਹ 1 ਅੰਬ ਗੁਰੂ ਸਾਹਿਬ ਜੀ ਨੇ ਹੱਥ 'ਚ ਫੜਿਆ, ਕਿਉਂਕਿ ਲਿਫਾਫੇ ਤਾਂ ਨਹੀਂ ਸਨ ਹੁੰਦੇ, ਲੋਕ ਝੋਲੇ ਘਰਾਂ 'ਚੋਂ ਲੈ ਕੇ ਜਾਂਦੇ ਸਨ। ਔਰ ਧੰਨ ਗੁਰੂ ਰਾਮਦਾਸ ਜੀ ਕੋਈ ਝੋਲਾ ਵੀ ਨਹੀਂ ਲੈ ਕੇ ਗਏ, ਹੱਥ ਵਿੱਚ ਹੀ ਫੜਦੇ ਹੈ। ਕਰੇ ਸ਼ਿਗਰਤਾ ਦਮਨਿਓ ਫੇਰ, ਗੋਬਿੰਦ ਪੰਥ ਕੋ ਹੀਰ। ਧੰਨ ਗੁਰੂ ਰਾਮਦਾਸ ਜੀ ਨੇ ਫਿਰ ਛੇਤੀ ਕੀਤੀ, ਛੇਤੀ ਦੇ ਨਾਲ ਗੋਬਿੰਦ ਸਾਹਿਬ ਵਾਲੇ ਰਸਤੇ ਤੇ ਪੈ ਗਏ। ਰਸਤੇ ਨੂੰ ਦੇਖਿਆ, ਬੜਿਓ ਪ੍ਰੇਮ ਸ਼੍ਰੀ ਸਤਿਗੁਰ ਪੂਰਨ, ਮਿਲਿਓ ਚਾਹੇ ਚੱਲ ਕਰ ਮਗ ਤੂਰਨ। ਔਰ ਜਿਵੇਂ ਜਿਵੇਂ ਰਸਤੇ ਤੇ ਚੱਲਦੇ ਨੇ ਉਵੇਂ ਧੰਨ ਗੁਰੂ ਰਾਮਦਾਸ ਜੀ ਦੇ ਅੰਦਰ ਦਾ ਪ੍ਰੇਮ ਵੱਧਦਾ ਹੈ, ਉਛਾਲੇ ਮਾਰਦਾ ਹੈ ਕਿ ਛੇਤੀ ਦੇ ਨਾਲ ਜਾ ਕੇ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਾਂ। ਚਲਤ ਚਲਤ ਦੇ ਮਨ ਅਸਤਾਇਓ, ਗ੍ਰਾਮ ਬਿਕੈ ਬਸ ਨਿਸ਼ਾ ਬਿਤਾਇਓ। ਇਸ ਤਰ੍ਹਾਂ ਕਹਿੰਦੇ ਚੱਲਦਾ ਚੱਲਦਾ ਸੂਰਜ ਡੁੱਬ ਗਿਆ। ਇੱਕ ਪਿੰਡ ਵਿੱਚ ਰਹਿ ਕੇ ਗੁਰੂ ਸਾਹਿਬ ਨੇ ਉੱਥੇ ਰਾਤ ਬਤੀਤ ਕੀਤੀ। ਬੜੇ ਪ੍ਰਾਤ ਉੱਠੇ ਪੁਣ ਚੱਲੇ, ਚਿਤ ਮੈਂ ਪਿਆਸ ਅਧਿਕ ਗੁਰ ਮਿਲੇ। ਰਾਤ ਆਰਾਮ ਕੀਤਾ ਹੈ ਔਰ ਸਵੇਰੇ ਅੰਮ੍ਰਿਤ ਵੇਲੇ ਵਕਤ 'ਤੇ ਉੱਠ ਕੇ ਚੱਲ ਗਏ। ਅੰਦਰ ਪਿਆਸ ਸੀ ਕਿ ਕਿੰਨੀ ਛੇਤੀ ਹੋਵੇ ਜਾ ਕੇ ਗੁਰੂ ਸਾਹਿਬ ਜੀ ਨੂੰ ਮਿਲਾ, ਉਹਨਾਂ ਦੇ ਦਰਸ਼ਨ ਕਰਨ। ਭੈਰੋ ਵਾਲ ਗ੍ਰਾਮ ਤਬੇ ਆਏ, ਗੋਬਿੰਦ ਵਾਲ ਰਹਿਓ ਨਿਕਟਾਏ। ਚਲਦੇ ਚਲਦੇ ਰਾਹ ਦੇ ਵਿੱਚ ਭੈਰੋਵਾਲ ਪਿੰਡ ਆਇਆ ਹੈ। ਉੱਥੋਂ ਗੋਬਿੰਦਵਾਲ ਸਾਹਿਬ ਜਿਹੜਾ ਹੈ ਬਸ ਕੁਝ ਕੁ ਕਹਿ ਲਈ ਕਿ ਨੇੜੇ ਰਹਿ ਗਿਆ ਹੈ। ਲੱਗੇ ਉਸ਼ਮਤਾ ਕਰਕੇ ਫਲ ਕੋ, ਫੂਟ ਗਇਓ ਰਸ ਨਿਕਸਤ ਢਲ ਕੋ। ਇੱਕ ਤੇ ਗਰਮੀ ਸੀ ਤੇ ਦੂਜੇ ਉਸ ਫਲ ਨੂੰ ਹੱਥਾਂ ਦੀ ਗਰਮੀ ਜਿਹੜੀ ਹੋਰ ਜ਼ਿਆਦਾ ਲੱਗੀ, ਕਿਉਂਕਿ ਹੱਥਾਂ ਦੇ ਵਿੱਚ ਚੀਜ਼ ਰਹਿਣੀ, ਇੱਕ ਝੋਲੇ 'ਚ ਰਹਿਣੀ ਫਰਕ ਹੈ। ਹੱਥਾਂ ਦੀ ਵੀ ਗਰਮੀ ਕਿ ਹੱਥਾਂ ਦੀ ਗਰਮੀ ਕਰਕੇ ਉਹ ਅੰਬ ਪਹਿਲਾਂ ਪੱਕਿਆ ਹੋਇਆ ਸੀ, ਬਸ ਇੰਨੀ ਗਰਮੀ ਕਿ ਉਹ ਜਿਹੜਾ ਫਟ ਗਿਆ, ਰਸ ਜਿਹੜਾ ਵਗਣ ਲੱਗ ਗਿਆ। ਗੁਰ ਲੱਗ ਨ ਪਹੁੰਚੈ ਚਿਤ ਚੀਨ, ਤਬ ਸ੍ਰੀ ਅਮਰ ਧਿਆਨ ਕਰ ਲੀਨ। ਧੰਨ ਗੁਰੂ ਰਾਮਦਾਸ ਜੀ ਨੇ ਇਹ ਤੇ ਵੇਖ ਲਿਆ ਕਿ ਇਹ ਜਿਹੜਾ ਅੰਬ ਹੈ ਇਹ ਗੁਰੂ ਅਮਰਦਾਸ ਜੀ ਤੱਕ ਪਹੁੰਚ ਹੀ ਨਹੀਂ ਸਕਦਾ, ਕਿਉਂਕਿ ਗਰਮੀ ਦੇ ਨਾਲ ਰਸ ਚੂਣ ਲੱਗ ਪਿਆ ਹੈ। ਔਰ ਚੁੰਦਾ ਹੋਇਆ ਇਵੇਂ ਦਾ ਅੰਬ ਹਜੇ 2 3 4 ਕੂ ਹੋਰ ਜਾਣਾ ਹੈ। ਔਰ ਗੁਰੂ ਸਾਹਿਬ ਨੂੰ ਭੇਟਾ ਵੀ ਕਿਵੇਂ ਕਰਾਂਗਾ। ਧੰਨ ਗੁਰੂ ਰਾਮਦਾਸ ਜੀ ਨੇ ਉੱਥੇ ਗੁਰੂ ਅਮਰਦਾਸ ਜੀ ਦਾ ਫਿਰ ਧਿਆਨ ਕਰਿਆ, ਅਰਦਾਸ ਕੀਤੀ। ਔਰ ਉਹੀ ਅਰਦਾਸ ਅਸੀਂ ਕਰਨੇ ਹਾਂ। ਕੜਾਹ ਪ੍ਰਸ਼ਾਦ ਜਦੋਂ ਤਿਆਰ ਹੁੰਦਾ, ਅਰਦਾਸ ਕੀਤਾ ਜਾਂਦਾ ਕਿ ਸਤਿਗੁਰੂ ਜੀ ਆਪ ਦੇ ਦਰ 'ਤੇ ਪ੍ਰਵਾਨ ਹੋਵੇ, ਪ੍ਰਵਾਨ ਕਰ ਲਈ। ਇਸੇ ਤਰ੍ਹਾਂ ਦੀ ਪ੍ਰਵਾਨਗੀ ਵਾਸਤੇ ਅਰਦਾਸ ਧੰਨ ਗੁਰੂ ਰਾਮਦਾਸ ਜੀ ਕਰਦੇ ਨੇ। ਹੇ ਪ੍ਰਭੂ ਇਹ ਫਲ ਅਰਪਣ ਕਰਿਓ, ਬਿਨ ਰੁੱਤ ਕੋ ਰਸ ਜਾਏ ਨਾ ਢਰਿਓ। ਅਰਦਾਸ ਕਰਦੇ ਨੇ, ਹੇ ਪ੍ਰਭੂ ਸਤਿਗੁਰੂ ਜੀ ਇਹ ਫਲ, ਇਹ ਅੰਬ ਆਪ ਜੀ ਦੇ ਚਰਨਾਂ ਵਿੱਚ ਭੇਟ ਕੀਤਾ, ਆਪ ਜੀ ਨੂੰ ਅਰਪਣ ਕਰ ਦਿੱਤਾ ਹੈ। ਬਿਨਾਂ ਰੁੱਤ ਤੋਂ ਹੈ, ਇਹ ਰਸ ਹੁਣ ਦਾ ਰੁਕਣਾ ਨਹੀਂ, ਚੋ ਜਾਣਾ ਹੈ। ਇਹ ਭੇਟਾ ਇੱਥੋਂ ਸਵੀਕਾਰ ਕਰ ਲਿਓ। ਅੰਗੀਕਾਰ ਕਰੋ ਮੁਖ ਪਾਵੋ, ਮਮ ਮਨਸਾ ਕੋ ਪੂਰ ਕਰਾਵੋ। ਧੰਨ ਗੁਰੂ ਰਾਮਦਾਸ ਜੀ ਅਰਦਾਸ ਕਰਦੇ ਨੇ ਧਿਆਨ ਦੇ ਨਾਲ ਕਿ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰੋ, ਇਹ ਭੇਟਾ ਅੰਗੀਕਾਰ ਕਰ ਲਓ, ਸਵੀਕਾਰ ਕਰੋ।
ਇਹਨੂੰ ਛਕੋ। ਮੇਰੇ ਮਨ ਦੀ ਇਹ ਆਸਾ ਸੀ, ਮੇਰੇ ਮਨ ਦੀ ਇਹ ਮਨਸਾ ਸੀ ਕਿ ਇਸੇ ਅੰਬ ਨੂੰ ਤੁਸੀਂ ਛਕੋ। ਇਮ ਕਹਿ ਆਪ ਖਾਏ ਸੋ ਲੀਨ, ਇਤ ਸ੍ਰੀ ਗੁਰ ਰਸ ਚੂਸਣ ਕੀਨ। ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਧੰਨ ਗੁਰੂ ਰਾਮਦਾਸ ਜੀ ਨੇ ਉਹ ਅੰਬ ਫਿਰ ਆਪ ਚੂਸ ਲਿਆ, ਕਿਉਂਕਿ ਪਹੁੰਚਣਾ ਹੀ ਨਹੀਂ ਸੀ, ਚਾਹ ਕੇ ਵੀ ਨਹੀਂ ਸੀ ਪਹੁੰਚ ਸਕਦਾ। ਇੱਧਰੋਂ ਧੰਨ ਗੁਰੂ ਅਮਰਦਾਸ ਜੀ ਉਸ ਅੰਬ ਨੂੰ ਚੂਸ ਰਹੇ ਨੇ। ਅੰਬ ਗੁਰੂ ਰਾਮਦਾਸ ਜੀ ਚੂਸਦੇ ਨੇ, ਉਸ ਅੰਬ ਦਾ ਸਵਾਦ ਜਿਹੜਾ ਹੈ, ਰਸ ਹੈ, ਉਹ ਧੰਨ ਗੁਰੂ ਅਮਰਦਾਸ ਜੀ ਚੱਖ ਰਹੇ ਨੇ। ਬਹੁਤ ਪ੍ਰੇਤ ਸੋ ਸਵਾਦਤ ਕਰ ਕਰ, ਰਸ ਚੂਸਤ ਘੁੱਟਣ ਪਰ ਭਰ ਭਰ। ਅੰਬ ਦਾ ਰਸ ਜਿਵੇਂ ਪੱਕਿਆ ਹੋਵੇ ਫਿਰ ਘੁੱਟਾ ਭਰ ਭਰ ਕੇ ਪੀਤਾ ਜਾਂਦਾ ਹੈ। ਐਨ ਰਸ ਲੈ ਲੈ ਕੇ ਰਸ ਅੰਦਰੋਂ ਜਿਹੜਾ ਪੀਤਾ ਜਾਂਦਾ ਘੁੱਟਾ ਭਰ ਭਰ ਕੇ। ਧੰਨ ਗੁਰੂ ਅਮਰਦਾਸ ਜੀ ਉਸੇ ਤਰ੍ਹਾਂ ਘੁੱਟਾ ਭਰ ਭਰ ਕੇ ਸਵਾਦ ਲੈ ਕੇ ਉਸ ਰਸ ਨੂੰ ਪੀ ਰਹੇ ਨੇ। ਕਿਤਕ ਸਮੈ ਕੁਠਲੀ ਮੁਖ ਰਾਖੇ, ਬਹੁਰ ਨਿਕਾਸ ਦਾਸ ਸੋ ਭਾਖੇ। ਹੁਣ ਅੰਬ ਚੂਸਣ ਤੋਂ ਬਾਅਦ ਉਧਰ ਧੰਨ ਗੁਰੂ ਰਾਮਦਾਸ ਜੀ ਨੇ ਗਿਟਕ ਜਿਹੜੀ ਮੂੰਹ 'ਚ ਪਾਈ, ਕੁਝ ਸਮਾਂ ਮੂੰਹ ਦੇ ਵਿੱਚ ਪਾ ਕੇ ਉਹਨੂੰ ਚੂਸਿਆ। ਅਤੇ ਜਦੋਂ ਧੰਨ ਗੁਰੂ ਰਾਮਦਾਸ ਜੀ ਗਿਟਕ ਬਾਹਰ ਕੱਢਦੇ ਨੇ, ਇੱਧਰ ਧੰਨ ਗੁਰੂ ਅਮਰਦਾਸ ਜੀ ਨੇ ਵੀ ਗਿਟਕ ਮੂੰਹ ਦੇ ਵਿੱਚੋਂ ਬਾਹਰ ਕੱਢੀ। ਅਤੇ ਦਾਸ ਕਿਹੜਾ ਸੀ ਨਾਲ? ਭਾਈ ਬੱਲੂ ਹੀ ਹੁੰਦਾ ਸੀ। ਔਰ ਛਕਣ ਛਕਾਉਣ ਵਾਸਤੇ ਭਾਈ ਬੱਲੂ ਹੀ ਦਿੰਦਾ ਸੀ, ਕਿ ਪਤਾ ਸੀ ਗੁਰੂ ਸਾਹਿਬ ਜੀ ਛਕਦੇ ਇੱਕ ਟਾਈਮ ਨੇ। ਉਹ ਦਲੀਆ ਛਕਦੇ ਨੇ ਬਿਨਾਂ ਲੂਣ ਤੋਂ, ਬਹੁਤੇ ਫਲ ਬਹੁਤਾ ਹੋਰ ਕੁਝ ਕਦੇ ਛਕਦੇ ਨਹੀਂ। ਪਰ ਉਹ ਗਿਟਕ ਜਦੋਂ ਗੁਰੂ ਸਾਹਿਬ ਜੀ ਨੇ ਕੱਢੀ ਅਤੇ ਦਾਸ ਨੂੰ ਇਹ ਆਵਾਜ਼ ਮਾਰ ਕੇ ਕਿਹਾ ਕਿ ਇਹਨੂੰ ਬਾਰੀ ਦੇ ਵਿੱਚ ਰੱਖ ਦਿਓ, ਭਾਈ ਸਾਂਭ ਕੇ ਰੱਖ ਦਿਓ। ਬੱਲੂ ਨੇ ਆਇਸ ਕੋ ਮਾਨ, ਧਰੀ ਸੰਭਾਰ ਸਭਾ ਕੇ ਥਾਨ। ਕਿਉਂਕਿ ਭਾਈ ਬੱਲੂ ਤੇ ਸਤ ਬਚਨ ਕਰਕੇ ਬਸ ਮੰਨਣ ਵਾਲਾ ਹੀ ਸੀ। ਭਾਵੇਂ ਕਿਤੇ ਨਾ ਕਿਤੇ ਅੰਦਰ ਆਇਆ ਕਿ ਗੁਰੂ ਸਾਹਿਬ ਜੀ ਨੇ ਅੰਬ ਕਦੋਂ ਕੋ ਲਿਆਂਦਾ, ਕਿਹਨੇ ਦਿੱਤਾ, ਭੇਟ ਕੀਤਾ, ਵੇਖਿਆ ਕੋਈ ਨਹੀਂ, ਪਰ ਗਿਟਕ ਹੈ। ਚਲੋ ਅੰਬ ਛਕ ਵੀ ਲਿਆ ਹੋਵੇਗਾ, ਗਿਟਕ ਨੂੰ ਸਾਂਭ ਕੇ ਰੱਖਣ ਦਾ ਕੀ ਕੰਮ ਹੈ? ਭਾਈ ਬੱਲੂ ਨੇ ਕੋਈ ਮਨ ਵਿੱਚ ਨਹੀਂ ਲਿਆਂਦੀ ਗੱਲ। ਜੇ ਗੁਰੂ ਸਾਹਿਬ ਨੇ ਕਿਹਾ ਸਾਂਭ ਕੇ ਰੱਖ ਭਾਈ, ਲੋੜ ਪਏਗੀ ਤੇਰੇ ਤੋਂ ਮੰਗਾਂਗੇ, ਭਾਈ ਬੱਲੂ ਨੇ ਸਾਂਭ ਕੇ ਰੱਖ ਦਿੱਤੀ। ਰਾਮਦਾਸ ਕੇਤਕ ਚਿਰ ਪਾਛੇ, ਪਹੁੰਚਤ ਭਏ ਪ੍ਰੇਮ ਚਿਤ ਪੰਛੇ। ਉਸ ਤੋਂ ਕੁਝ ਸਮੇਂ ਬਾਅਦ ਧੰਨ ਗੁਰੂ ਰਾਮਦਾਸ ਜੀ ਗੋਬਿੰਦਵਾਲ ਸਾਹਿਬ ਪਹੁੰਚ ਗਏ। ਔਰ ਗੋਬਿੰਦਵਾਲ ਸਾਹਿਬ ਨਗਰ ਨੂੰ ਦੂਰੋਂ ਵੇਖ ਕੇ ਬੜਾ ਅੰਦਰ ਪ੍ਰੇਮ ਜਿਹੜਾ ਹੈ ਜਿਵੇਂ ਉਛਾਲੇ ਮਾਰ ਰਿਹਾ, ਅੱਖਾਂ ਦੇ ਵਿੱਚ ਜਲ ਭਰ ਰਿਹਾ। ਦੇਖ ਦੂਰ ਤੇ ਮੁਦਤ ਮਹਾਨਾ, ਜੋ ਰਵੇਰ ਕਮਲ ਬਿਗਸਾਨਾ। ਧੰਨ ਗੁਰੂ ਰਾਮਦਾਸ ਜੀ ਨੇ ਦੂਰੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਔਰ ਇੱਕਦਮ ਚਿਹਰਾ ਵੀ ਖੇੜੇ ਵਿੱਚ ਆ ਗਿਆ। ਅੰਦਰ ਦੇ ਖੇੜੇ ਵਿੱਚ ਹੈ ਹੀ ਸੀ, ਚਿਹਰਾ ਵੀ ਇਸ ਤਰ੍ਹਾਂ ਖਿੜ ਗਿਆ ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜਦਾ ਹੈ। ਚਰਨ ਸਰੋਜਨ ਕੇ ਦ੍ਰਿਗ ਭੌਰ, ਕਰੇ ਨਮੋ ਤੂਰ ਨਹੀਂ ਦੌਰ। ਧੰਨ ਗੁਰੂ ਰਾਮਦਾਸ ਜੀ ਨੇ ਆਪਣੀਆਂ ਅੱਖਾਂ ਨੂੰ ਭੌਰਾ ਬਣਾਇਆ, ਅਤੇ ਜਿਵੇਂ ਭੌਰਾ ਦੌੜ ਕੇ ਫੁੱਲ 'ਤੇ ਜਾਂਦਾ ਹੈ, ਇਵੇਂ ਧੰਨ ਗੁਰੂ ਅਮਰਦਾਸ ਜੀ ਦੇ ਚਰਨ ਉਹ ਕਮਲਾਂ ਵਾਂਗ ਸਨ। ਉਹਨਾਂ ਚਰਨਾਂ ਦੇ ਉੱਤੇ ਜਾ ਕੇ ਆਪਣੇ ਨੇਤਰ ਰੱਖ ਦਿੱਤੇ, ਦੌੜ ਕੇ ਜਾ ਕੇ ਨਮਸਕਾਰ ਕੀਤੀ। ਸਤਿਗੁਰੂ ਨੇ ਕਹਿ ਪੂਜਾ ਉਠਾਵਾ, ਜਾਨ ਪ੍ਰੇ ਬਹੁ ਕੰਠ ਲਗਾਵਾ। ਧੰਨ ਗੁਰੂ ਅਮਰਦਾਸ ਜੀ ਨੇ ਬਾਹਾਂ ਤੋਂ ਪੜ੍ਹਿਆ, ਔਰ ਧੰਨ ਗੁਰੂ ਰਾਮਦਾਸ ਜੀ ਦੇ ਇਸ ਪ੍ਰੇਮ ਨੂੰ ਵੇਖ ਕੇ ਸਤਿਗੁਰੂ ਨੇ ਚੁੱਕਿਆ ਤੇ ਘੁੱਟ ਕੇ ਗਲੇ ਨਾਲ ਲਾਇਆ। ਕਿਰਪਾ ਦ੍ਰਿਸ਼ ਤੋਂ ਦੇਖਿਓ ਕੈਸੇ, ਜਲਦ ਤ੍ਰਿਕਤ ਚਾਤਰਕ ਕੋ ਜੈਸੇ। ਧੰਨ ਗੁਰੂ ਅਮਰਦਾਸ ਜੀ ਸ਼੍ਰੀ ਰਾਮਦਾਸ ਜੀ ਨੂੰ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਦੇ ਨੇ, ਅਤੇ ਜਦੋਂ ਵੇਖਦੇ ਨੇ ਇਸ ਤਰ੍ਹਾਂ ਲੱਗਦਾ ਜਿਵੇਂ ਬਬੀਹੇ ਨੂੰ ਬੱਦਲ ਦੀ ਸਵੰਤੀ ਬੂੰਦ ਮਿਲ ਗਈ ਹੋਵੇ। ਸਨਮਾਨਤ ਸਨਮੁਖ ਥਿਰ ਥੀਵਾ, ਮਨੋ ਪ੍ਰੇਮ ਦੀਰਘ ਕੀ ਸੇਵਾ। ਕਹਿੰਦੇ ਧੰਨ ਸ਼੍ਰੀ ਰਾਮਦਾਸ ਜੀ ਦਾ ਬੜਾ ਸਤਿਕਾਰ ਕੀਤਾ ਗੁਰੂ ਅਮਰਦਾਸ ਜੀ ਨੇ। ਸਤਿਕਾਰ ਦੇ ਨਾਲ ਕੋਲ ਬਿਠਾਇਆ ਹੈ। ਬੂਝਿਓ ਕਹੋ ਬ੍ਰਿਤਾਂਤ ਸੁਲਤਾਨ, ਕਿਮ ਦਿਜ ਬਾਹਜ ਕੀਨ ਬਖਾਨ। ਇੱਥੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਪੁੱਛਦੇ ਨੇ ਕਿ ਪੁੱਤਰ ਰਾਮਦਾਸ ਜੀ,
ਸੁਣਾਓ ਫਿਰ ਬਾਦਸ਼ਾਹ ਦੀ ਕਚਹਿਰੀ ਦਾ, ਅਦਾਲਤ ਦਾ ਸਾਰਾ ਬਿਰਤਾਂਤ ਕਿ ਉੱਥੇ ਬ੍ਰਾਹਮਣਾਂ ਨੇ, ਪੰਡਤਾਂ ਨੇ ਕੀ ਕੁਝ ਪੁੱਛਿਆ, ਖੱਤਰੀਆਂ ਨੇ ਕੀ ਕੁਝ ਸਵਾਲ ਕੀਤੇ, ਕਿਵੇਂ ਜਵਾਬ ਦਿੱਤੇ। ਔਰ ਜਿਵੇਂ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਫਿਰ ਦੱਸਣਗੇ, ਉਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ